Hello and welcome to Arrays Academy official important personalities in computer world। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਾਂ ਇਹਨੂੰ ਪੜਾਂਗੇ। ਕੰਪਿਊਟਰ ਵਰਡ ਦੇ ਵਿੱਚ ਇੰਪੋਰਟੈਂਟ ਪਰਸਨੈਲਿਟੀਜ਼ ਇਹਦਾ ਪਹਿਲਾ ਪਾਰਟ ਹੋ ਸਕਦਾ। ਇਸ ਤੋਂ ਬਾਅਦ ਹੋਰ ਪਰਸਨੈਲਿਟੀਜ਼ ਵੀ ਬਹੁਤ ਆ ਵੈਸੇ ਤਾਂ ਆਪਾਂ ਇੰਪੋਰਟੈਂਟ ਪੜਾਂਗੇ ਜਿਹੜੀਆਂ ਕਿ ਤੁਸੀਂ ਯੂਨੀਕ ਕਹਿ ਸਕਦੇ ਹੋ, ਕਿਉਂਕਿ ਆਮ ਤੌਰ ਤੇ ਤਾਂ ਆਪਾਂ ਬਹੁਤ ਡਿਸਕਵਰੀਆਂ ਪੜ੍ਹਦੇ ਹੀ ਹਾਂ, ਬਟ ਕੁਝ ਯੂਨੀਕ ਡਿਸਕਵਰੀਜ਼ ਹੁੰਦੀਆਂ ਜਿੱਥੋਂ ਤੁਹਾਨੂੰ ਕੁਐਸਚਨ ਮਿਲ ਜਾਂਦੇ ਅਕਸਰ, ਕਿਉਂਕਿ ਬਹੁਤ ਕੁਐਸਚਨ ਰਿਪੀਟ ਹੋਣ ਦੇ ਕਰਕੇ ਵੀ ਜਿਹੜੇ ਬਹੁਤ ਸੌਖੇ ਆ ਉਹ ਨਹੀਂ ਆਉਂਦੇ, ਤਾਂ ਯੂਨੀਕ ਜੇ ਕੁਛ ਆ ਜਾਂਦੇ ਤਾਂ ਉਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਰਾਈਟ, ਸੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਪੰਜਾਬ ਪੀਸੀਐਸ ਦਾ ਚੈਨਲ ਵੀ, ਉੱਥੇ ਸਿਵਲ ਸਰਵਿਸ ਦੇ ਐਗਜ਼ਾਮ ਦੀ ਤੁਹਾਨੂੰ ਤਿਆਰੀ ਕਰਵਾਈ ਜਾਂਦੀ ਆ, ਪੇਡ ਕੋਰਸ ਵਗੈਰਾ ਉੱਥੇ ਹੁੰਦੇ ਆ, ਤੁਸੀਂ ਉਹਨਾਂ ਨੂੰ ਵੀ ਜੁਆਇਨ ਕਰ ਸਕਦੇ ਹੋ। ਬਹੁਤ ਹੀ ਵਧੀਆ ਢੰਗ ਦੇ ਨਾਲ ਪੜ੍ਹਾਇਆ ਜਾਂਦਾ ਹੈਗਾ। ਜਿਵੇਂ ਹਾਲ ਹੀ ਦੇ ਵਿੱਚ ਪੋਲਿਟੀ ਹਿਸਟਰੀ ਅਤੇ ਪੰਜਾਬ ਜੀਕੇ ਦਾ ਜਿਹੜਾ ਕੋਰਸ ਆ ਉਹ ਚੱਲ ਰਿਹਾ ਹੈਗਾ, ਬਹੁਤ ਹੀ ਵਧੀਆ ਢੰਗ ਦੇ ਨਾਲ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ। ਰਾਈਟ, ਬਾਕੀ ਭਰਪੂਰ ਜਾਣਕਾਰੀ ਲਿੰਕ ਵਗੈਰਾ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਆ, ਤੁਸੀਂ ਲੈ ਸਕਦੇ ਹੋ। ਚਲੋ ਖੈਰ, ਆਪਾਂ ਕਰਦੇ ਹਾਂ ਜੀ ਇੰਪੋਰਟੈਂਟ ਪਰਸਨੈਲਿਟੀਜ਼ ਇਨ ਆਵਰ ਕੰਪਿਊਟਰ ਵਰਡ। ਸੋ ਸਭ ਤੋਂ ਪਹਿਲਾਂ ਆ ਜਾਂਦਾ ਜੀ ਰੈਲਫ ਐਚ ਬੇਅਰ। ਸੋ ਰੈਲਫ ਐਚ ਬੇਅਰ ਦਾ ਮਤਲਬ ਇਹ ਜਿਹੜੇ ਪਰਸਨੈਲਿਟੀ ਹੈ ਇਹ ਕਿਉਂ ਜਾਣੇ ਜਾਂਦੇ ਆ, ਬੇਸਿਕਲੀ ਇਹਨਾਂ ਨੂੰ ਕਿਹਾ ਜਾਂਦਾ ਜੀ ਫਾਦਰ ਆਫ ਵੀਡੀਓ ਗੇਮ। ਸੋ ਸਿੰਪਲ ਜਿਹਾ ਕੁਐਸਚਨ ਤਾਂ ਇਹੀ ਹੈ। ਸੋ ਹੀ ਇਜ਼ ਕੰਸੀਡਰਡ ਐਜ਼ ਦਾ ਫਾਦਰ ਆਫ ਵੀਡੀਓ ਗੇਮ। ਪਹਿਲੀ ਕਮਰਸ਼ੀਅਲੀ ਗੇਮ ਜਿਹੜੀ ਇਹਨਾਂ ਨੇ ਬਣਾਈ ਸੀ, ਉੱਥੋਂ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈਗਾ। ਦ ਫਸਟ ਕਮਰਸ਼ੀਅਲ ਹੋਮ ਗੇਮ ਕੰਸੋਲ ਹੀ ਕ੍ਰੀਏਟਡ ਵਾਜ਼ ਕਾਲਡ ਮੈਗਨਾਵੌਕਸ ਓਡੀਸੀ। ਠੀਕ ਆ, ਸੋ ਯਾਦ ਰੱਖਣਾ ਗਾ ਭਾਈ ਤੁਸੀਂ, ਮੈਗਨਾਵੌਕਸ ਓਡੀਸੀ ਵਿਚ ਫੌਜਡ ਦਾ ਵੀਡੀਓ ਗੇਮ ਇੰਡਸਟਰੀ 1972। ਸੋ ਬੇਸਿਕਲੀ ਰਾਜ ਕਰ ਲਿਆ ਸੀ ਪੂਰਾ। ਸੋ ਰੈਲਫ ਐਚ ਬੇਅਰ ਤੁਸੀਂ ਯਾਦ ਰੱਖਣਾ ਭਾਈ, ਵੀਡੀਓ ਗੇਮ ਦੇ ਪਾਪਾ ਜੀ ਹੈ, ਫਾਦਰ ਹੈ। ਇਸ ਤੋਂ ਬਾਅਦ ਆ ਗਿਆ ਵਿਲੀਅਮ ਫੈਟਰ। ਸੋ ਵਿਲੀਅਮ ਫੈਟਰ ਵੀ ਇੰਪੋਰਟੈਂਟ ਪਰਸਨੈਲਿਟੀ ਆ ਕੰਪਿਊਟਰ ਵਰਲਡ ਦੇ ਵਿੱਚ। ਸੋ ਹੀ ਕ੍ਰੀਏਟਡ ਦਾ ਫਸਟ ਕੰਪਿਊਟਰ ਮਾਡਲ ਗ੍ਰਾਫਿਕਸ ਆਫ ਹਿਊਮਨ ਬੋਡੀ, ਯਾਨੀ ਕਿ ਹਿਊਮਨ ਬੋਡੀ ਦੀ ਗ੍ਰਾਫਿਕਸ ਦੇ ਨਾਲ ਸਟਰਕਚਰ ਬਣਾਈ ਸੀ ਪਹਿਲੀ ਵਾਰ, ਅਤੇ ਉਹਦਾ ਨਾਮ ਜਿਹੜਾ ਦਿੱਤਾ ਗਿਆ ਸੀ ਇਹਨਾਂ ਨੇ ਬੋਇੰਗ ਮੈਨ। ਬੋਇੰਗ ਮੈਨ ਤਾਂ ਨਾਮ ਦਿੱਤਾ ਗਿਆ ਸੀ ਕਿਉਂਕਿ ਜਿਹੜੀ ਇਹ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ, ਜਾਂ ਤੁਸੀਂ ਕਹਿ ਸਕਦੇ ਹੋ ਵੀ ਜਿੱਥੇ ਇਹ ਵਰਕਿੰਗ ਸੀਗੇ ਐਜ਼ ਅ ਗ੍ਰਾਫਿਕ ਡਿਜ਼ਾਈਨਰ, ਉਹ ਬੋਇੰਗ ਦੇ ਵਿੱਚ ਹੀ ਸੀ, ਤਾਂ ਹੀ ਇਹਨਾਂ ਨੇ ਨਾਮ ਉਹਦਾ ਬੋਇੰਗ ਮੈਨ ਜਾਂ ਫਸਟ ਮੈਨ ਦਾ ਨਾਮ ਵੀ ਦਿੱਤਾ, ਦਾ ਫਸਟ ਮੈਨ। ਠੀਕ ਹੈ, ਸੋ ਗ੍ਰਾਫਿਕਸ ਹਿਊਮਨ ਬੋਡੀ ਸੀ ਇਹਨਾਂ ਨੇ ਕ੍ਰੀਏਟ ਕੀਤਾ ਸੀ ਕੰਪਿਊਟਰ ਮਾਡਲ ਦਾ ਪਹਿਲਾ। ਇੰਪੋਰਟੈਂਟ ਆ ਵਿਲੀਅਮ ਫੈਟਰ, ਯਾਦ ਰੱਖਣਾ। ਇਸ ਤੋਂ ਬਾਅਦ ਆ ਗਿਆ ਜੀ ਗ੍ਰੇ ਥਿਊਰਿਕ। ਗ੍ਰੇ ਥਿਊਰਿਕ ਕੀ ਆ? ਹੀ ਡਿਵੈਲਪ ਦਾ ਮਾਸ ਈਮੇਲਿੰਗ ਸਟ੍ਰੈਟਜੀ। ਜਿਵੇਂ ਕਿ ਸਪੈਮ ਤੁਸੀਂ ਅੱਜ ਕੱਲ੍ਹ ਦੇਖਦੇ ਹੋ, ਇਹਨਾਂ ਨੇ ਜਿਹੜੀਆਂ ਐਡਵਰਟੀਜ਼ਮੈਂਟਾਂ ਵਗੈਰਾ ਆਪਾਂ ਕਰਦੇ ਹਾਂ ਨਾ, ਉਹ 393 ਇੱਕੋ ਟਾਈਮ 'ਤੇ ਤੁਸੀਂ ਭੇਜ ਸਕਦੇ ਹੋ ਸਾਰਿਆਂ ਨੂੰ, ਜਿਹੜੀ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਆਪਣੀ ਹੈਡਿਕ ਬਣ ਚੁੱਕੀ ਆ। ਸੋ ਨਾਓ ਇਟ ਹੈਜ਼ ਟਰਨਡ ਅ ਨਿਊ ਸੈਂਸ। ਹੁਣ ਤਾਂ ਬਹੁਤ ਜ਼ਿਆਦਾ ਭੇਜੀਆਂ ਜਾਂਦੀਆਂ, ਸਪੈਮ ਤੁਹਾਨੂੰ ਆਮ ਤੌਰ 'ਤੇ ਬਹੁਤ ਮਿਲਦਾ ਹੀ ਆ। ਸੋ ਇਹਨਾਂ ਦੋ ਮਹਾਸ਼ਾ ਦੁਆਰਾ ਕ੍ਰੀਏਟ ਕੀਤਾ ਗਿਆ ਉਹ ਗ੍ਰੇ ਥਿਊਰਿਕ। ਹਾਲਾਂਕਿ ਸ਼ੁਰੂ ਦੇ ਵਿੱਚ ਇਹਨੂੰ ਵਧੀਆ ਹੀ ਮੰਨਿਆ ਗਿਆ, ਕਿਉਂਕਿ ਇੱਕੋ ਟਾਈਮ 'ਤੇ ਜੇਕਰ ਤੁਸੀਂ ਐਡਵਰਟੀਜ਼ਮੈਂਟਾਂ ਸਭ ਬਾਵਾ ਜਣਿਆਂ ਨੂੰ ਭੇਜਣੀਆਂ ਹੁਣ ਤਾਂ ਭੇਜ ਸਕਦੇ ਹੋ, ਪਰ ਅੱਜ ਕੱਲ੍ਹ ਫਿਰ ਲੋਕ ਜ਼ਿਆਦਾ ਹੋਣ ਲੱਗ ਗਿਆ ਸਪੈਮ, ਤਾਂ ਬਹੁਤ ਜ਼ਿਆਦਾ ਹੋ ਗਿਆ ਹੈ ਨਾ, ਤਾਂ ਇਹ ਆਪਣੇ ਸਰਦਰਦੀ ਬਣ ਗਈ ਬੇਸਿਕਲੀ ਹੁਣ ਗ੍ਰੇ ਥਿਊਰਿਕ। ਇਸ ਤੋਂ ਬਾਅਦ ਆ ਗਿਆ ਜੀ ਡੇਵਿਡ ਬ੍ਰੈਡਲੇ। ਸੋ ਡੇਵਿਡ ਬ੍ਰੈਡਲੇ ਕੌਣ ਆ ਜੀ? ਇਹਨਾਂ ਨੇ ਕੰਟਰੋਲ ਅਲਟ ਡਿਲੀਟ, ਆਪਾਂ ਦੇਖਦੇ ਹੁੰਦੇ ਆ, ਕਰਦੇ ਹੁੰਦੇ ਆ, ਕੰਟਰੋਲ ਪਲੱਸ ਅਲਟ ਪਲੱਸ ਡਿਲੀਟ, ਇਹ ਕਮਾਂਡ ਆ ਜਿਹੜੀ ਇਹਨਾਂ ਨੇ ਡਿਜ਼ਾਈਨ ਕੀਤੀ ਹੈ ਬੇਸਿਕਲੀ। ਅਤੇ ਇਨੀਸ਼ੀਅਲੀ ਅਟੈਂਡੈਂਟ ਫॉर ਰੀਬੂਟਿੰਗ, ਇਨੀਸ਼ੀਅਲੀ ਰੀਬੂਟਿੰਗ ਵਾਸਤੇ ਕੰਮ ਆਉਂਦੀ ਸੀ, ਹੁਣ ਤਾਂ ਬਥੇਰੇ ਕੰਮਾਂ ਵਾਸਤੇ ਇਹ। ਸੋ ਡੇਵਿਡ ਬ੍ਰੈਡਲੇ ਜਿਨ੍ਹਾਂ ਨੇ ਕੰਟਰੋਲ ਅਲਟ ਡਿਲੀਟ ਡਿਜ਼ਾਈਨ ਕੀਤਾ। ਰਾਈਟ, ਇਸ ਤੋਂ ਬਾਅਦ ਆ ਗਿਆ ਜੀ ਗ੍ਰੇਸ ਹੌਪਰ। ਸੋ ਗ੍ਰੇਸ ਹੌਪਰ ਕੀ ਹੈ? ਜਿਨ੍ਹਾਂ ਨੇ ਡਿਵੈਲਪ ਕੀਤਾ ਭਾਈ ਕੋਬੋਲ ਨੂੰ। ਠੀਕ ਹੈ, ਕੋਬੋਲ ਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ, ਯਾਦ ਰੱਖ ਲਿਓ, ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਠੀਕ ਹੈ, ਕੋਬੋਲ ਦੀ ਫੁੱਲ ਫਾਰਮ ਹੈ, ਯਾਦ ਰੱਖ ਲਿਓ, ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਸੋ ਇਹਨਾਂ ਨੇ ਕੋਬੋਲ ਜਿਹੜਾ ਕੰਪਾਈਲਰ ਹੈ ਬੇਸਿਕਲੀ ਪ੍ਰੋਗਰਾਮਿੰਗ ਲੈਂਗੁਏਜ, ਉਹਨੂੰ ਡਿਵੈਲਪ ਕੀਤਾ ਗਾ 1959 ਦੇ ਵਿੱਚ। ਸੋ ਬੇਸਿਕਲੀ ਇਹ ਚਾਹੁੰਦੇ ਕੀ ਸੀ ਕਿ ਜਿਹੜੀ ਆਪਣੀ ਇੰਗਲਿਸ਼ ਲੈਂਗੁਏਜ ਆ, ਜਿਹੜੀ ਆਪਣੀ ਆਸਾਨੀ ਦੇ ਵਿੱਚ ਆਪਾਂ ਜਿਹਨੂੰ ਸਮਝ ਜਾਂਦੇ ਹਾਂ, ਉੱਥੋਂ ਤੱਕ ਇਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਕੋਬੋਲ ਲੈਂਗੁਏਜ ਨੂੰ ਇੰਗਲਿਸ਼ ਲੈਂਗੁਏਜ ਦੀ ਤੌਰ 'ਤੇ ਹੀ ਪੜ੍ਹ ਸਕੀਏ ਅਤੇ ਸਮਝ ਸਕੀਏ, ਤਾਂ ਕਰਕੇ ਇਹਨਾਂ ਨੇ ਜਿਹੜੀ ਉਹਦੀ ਡਿਵੈਲਪਮੈਂਟ ਕੀਤੀ ਸੀ। ਸੋ ਇਹ ਯਾਦ ਰੱਖਣਾ ਗਾ, ਇਹਨਾਂ ਦਾ ਨਾਮ ਸੀਗਾ ਜੀ ਗ੍ਰੇਸ ਹੌਪਰ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਜੀ ਅਜੇ ਭੱਟ। ਅਜੇ ਭੱਟ ਆ ਜਿਹੜੇ ਇਹਨਾਂ ਨੇ ਇਨਵੈਂਟ ਕੀਤਾ ਗਾ ਐਕਸਲਰੇਟਡ ਗ੍ਰਾਫਿੰਗ ਪੋਰਟ, ਜਿਹਨੂੰ ਆਪਾਂ AGP ਕਹਿੰਦੇ ਆ। ਪਹਿਲੀ ਗੱਲ ਤਾਂ ਫੁੱਲ ਫਾਰਮ ਹੀ ਇੰਪੋਰਟੈਂਟ ਆ, ਬਾਕੀ ਇਨਵੈਂਟ ਕਿਹਨੇ ਕੀਤਾ ਗਾ? ਅਜੇ ਭੱਟ। ਵਿਚ ਰਿਪਲੇਸਡ PCI ਕਨੈਕਸ਼ਨਸ ਐਂਡ ਕੋ ਇਨਵੈਂਟਡ USB। ਠੀਕ ਹੈ ਨਾ, ਯੂਨੀਵਰਸਲ ਸੀਰੀਅਲ ਬੱਸ। ਠੀਕ ਹੈ, ਸੋ ਬਾਅਦ ਦੇ ਵਿੱਚ ਮਤਲਬ ਤੁਸੀਂ ਇਹ ਕਹਿ ਸਕਦੇ ਹੋ। ਠੀਕ ਹੈ, ਸੋ ਇਹ ਯਾਦ ਰੱਖਣਾ ਭਾਈ, ਸਾਰਾ ਕੁਝ ਇਹ ਇੰਪੋਰਟੈਂਟ ਬਣਦਾ ਹੈਗਾ, ਕਿਉਂਕਿ ਫੁੱਲ ਫਾਰਮਾਂ ਵੀ ਜਿੰਨੀਆਂ ਮੈਂ ਫੁੱਲ ਫਾਰਮਾਂ ਵੀ ਕਰਵਾਊਂਗਾ, ਫੁੱਲ ਫਾਰਮਾਂ ਜਿੰਨੀਆਂ ਹੁੰਦੀਆਂ ਸਾਰੀਆਂ ਇੰਪੋਰਟੈਂਟ ਬਣਦੀਆਂ ਨੇ। ਰਾਈਟ, ਇੱਥੇ ਆਇਆ ਸੀਗਾ AGP, USB ਅਤੇ PCI। ਠੀਕ ਹੈ, PCI ਹੁੰਦਾ ਗਾ ਪੈਰੀਫੇਰਲ ਕੰਪੋਨੈਂਟ ਇੰਟਰਕਨੈਕਟ, ਜਿਹੜਾ ਕਿ ਆਪਣਾ USB ਹੈ। ਰਾਈਟ, ਇਸ ਤੋਂ ਬਾਅਦ ਆ ਗਿਆ ਜੀ ਡੈਨਿਸ ਐਮ ਰਿਚੀ। ਸੋ ਇਹ ਕੌਣ ਆ ਜੀ? ਇਹਨਾਂ ਨੇ ਕ੍ਰੀਏਟ ਕੀਤਾ ਗਾ C ਪ੍ਰੋਗਰਾਮਿੰਗ ਲੈਂਗੁਏਜ ਵਿਦ ਕੇਨ ਥੌਮਪਸਨ।
केन थॉमसन का नाम भी बहुत मशहूर है, सो ये याद रखना। द यूनिक्स ऑपरेटिंग सिस्टम, ही क्रिएटेड सी प्रोग्रामिंग लैंगुएज, ठीक है। सो इंपॉर्टेंट है भाई, दोनों परसनैलिटी के नाम तुम याद रखना। इस तो बाद आ गया जी जोनाथन फ्लैचर। सो जोनाथन फ्लैचर ने की क्रिएट किया गा वर्ल्ड की पहली फस्ट वैब क्रॉलिंग इंजन सर्च इंजन जोड़ा है, सीधा सीधा पूछ लिया जाता वैब क्रॉलिंग की है, सर्च इंजन है, इन्होंने सर्च इंजन कौन है, वैब क्रॉलिंग ऑप्शन होगा, ठीक है। सो जंप स्टेशन इन 1993, ठीक है। सो याद रखना जोनाथन फ्लैचर। इस तो बाद आ गया जी रे टॉमिनसन। रे टॉमिनसन ने की किया डेवलप द नैटवर्क ईमेल सिस्टम विद एट टू सैपरेट द सेंडर्स फ्रॉम रेसिपिएंट्स। उन्होंने सैपरेट करने वास्ते बेसिकली रेसिपिएंट्स को सेंडर नालों एट का जोड़ा डेवलपमेंट की आप इनू बेसिकली एट द रेट कह दें, जोड़ा साइन है ना इनू कहते एट ही आ, पर आप एट द रेट कह दें। सो इन्होंने यह डेवलप किया नैटवर्क ईमेल सिस्टम विद एट। इस तो बाद आ गया जी नरिंदर सिंह कैपनी। सो नरिंदर सिंह कपानी है जोड़े जी, इन्होंने फाइबर ऑप्टिक्स टर्म दी है, इसे करके इन्होंने फादर ऑफ फाइबर ऑप्टिक्स कहा जाता है। एंड द टैक्नोलॉजी ऑफ ट्रांसमिटिंग लाइट ऑन बेंट ग्लास। बेंट ग्लास इंपॉर्टेंट है क्योंकि पूछ लिया जाता भी जी इन्होंने ये यानी कि तुम कह सकते हो भी टैक्नोलॉजी जी यूज़ की सी बेसिकली, जिस तो इन्होंने ये बाद टर्म जो भी है फाइबर ऑप्टिक्स दी है। बेंट ग्लास तो इन्होंने देखा सीगा ये 1950 के करीब, ठीक है ना। सो इंपॉर्टेंट है, उत्थे ट्रांसमिट करके देखिए स्लाइड्स वगैरह जो भी है। जॉन मैकर्थी इंपॉर्टेंट पर्सनैलिटी, ही क्रिएटेड लिस्प LISP प्रोग्रामिंग लैंगुएज फॉर आर्टिफिशियल इंटैलीजेंस, यानी कि AI वास्ते 1958 के इन्होंने योगदान पाया। हुण LIPS यानी कि लिप्स जोड़ा होंदा वो की होंदा भाई, याद रखियो लॉजिकल इंटरफेसिस पर सेकंड, ठीक है। सो ये इंपॉर्टेंट है, सारा कुछ चीज़ां तुसीं याद रखनियां। इस तो बाद आ गया चार्लस बैकमैन। चार्लस बैकमैन आ जोड़े जी, इन्होंने डेवलप किया शी डेवलप द इंटीग्रेटेड डेटा स्टोर IDS, द मदर ऑफ डेटाबेस मैनेजमेंट सिस्टम, DBMS की जी मदर है। चार्लस बैकमैन इन्हों कहा जाता है। सो द बेसिस ऑफ ऑल रिजर्वेशन एंड रिट्रीवल सिस्टम्स, बेसिकली डेवलप किया एक यहो जिहा स्टोर जिथे जितना भी डेटा वगैरह सारा वो रिजर्व करके रखा जा सके, ठीक है ना। यहो जिहा सिस्टम बनाया जिन्होंने कहते सी आपां IDS यानी कि इंटीग्रेटेड डेटा स्टोर, चार्लस बैकमैन। इस तो बाद आ गया जी लेजली लैम्फोर्ट। सो ये इन्होंने इन्वेंट किया गया एल्गोरिथम किया इन्वेंट फॉर सॉफ्टवेयर फॉर फंक्शनिंग रिलायबली ऑन सैपरेट मशीन्स विद मल्टीपल कोर और डिस्ट्रीब्यूटेड कंप्यूटिंग। जिमें कि मान लो कह लो भी छोटी जी कंपनी कोई 15-16 कंप्यूटर पे है, तो एक यहो जिहा एल्गोरिथम बनाया जिथे मल्टीपल कोर्स से यानी कि काम हो सके उन्होंने मशीन्स से सैपरेट मशीन्स से, राइट। सो लेजली लैम्फोर्ट इन्वेंटेड एल्गोरिथम्स फॉर सॉफ्टवेयर फॉर फंक्शनिंग रिलायबली ऑन सैपरेट मशीन्स, राइट। सो याद रखना भाई तुसीं इन्हां दा नाम। इस तो बाद आ गया जी डगलस टी रॉस। डगलस टी रॉस कौन है जी, इन्होंने डेवलप किया APT यानी कि ऑटोमेटिकली प्रोग्रामिंग टूल। इंपॉर्टेंट है, ऑटोमेटिकली प्रोग्रामिंग टूल अ हाई लेवल प्रोग्राम फॉर कंप्यूटर एडेड डिज़ाइन, जिन्होंने आप कहने CAD, ठीक है। CAD कंप्यूटर एडेड डिज़ाइन एंड मैन्युफैक्चरिंग बिसाइड्स 3D मॉडलिंग वास्ते काम आउट, राइट। सो इंपॉर्टेंट है भाई 3D मॉडलिंग तो अलावा, ठीक है। सो मेरे हिसाब नाल ये चीज़ां जिहड़ियां हैगियां सारियां तुहानूं याद हो गई होणगियां। इस तो बाद आ गया जी गैरी किल्डल क्रिएटेड द कंसैप्ट ऑफ BIOS, BIOS। हुण इहदी फुल फॉर्म की है बेसिक इनपुट आउटपुट डिवाइस, याद रखना बेसिक इनपुट आउटपुट डिवाइस विच इज़ द फर्स्ट सॉफ्टवेयर दैट एनी कंप्यूटर रीड्स और रनस वैन इज टर्नड ऑफ, ठीक है, टर्नड ऑन। जो आप कंप्यूटर ऑन करते बेसिकली उदों ये जोड़ा सॉफ्टवेयर है काम करता गा, रीड वगैरह करता, आप पढ़िया होया डिटेल दे विच पूरा, तुसीं देख लो, ठीक है। सो गैरी किल्डल, सो इंपॉर्टेंट आप याद रखना, ठीक है। सो जिन्नियां भी इंपॉर्टेंट परसनैलिटी सी सारियां तुसीं याद रखनियां गया। पॉलिटी का कोर्स है PPSC पेड है, बहुत ही तगड़े तरीके दे नाल पढ़ाया जाता है सिविल सर्विस की तैयारी वास्ते। UPSC तक तुसीं क्वेश्चन कर सकते हो, बहुत ही तगड़े तरीके नाल पढ़ाया जाता। डैमो वगैरह सारे दिते हुए तुसीं पंजाब PCS चैनल पर जाके देख सकते हो। बाकी कनैक्ट कर सकते हो ये रिगार्डिंग WhatsApp ते बाकी PCS पंजाब 4927 तुसीं कोई भी इंक्वायरी वगैरह लैनी मेल कर सकते हो। बाकी ज़्यादा डिटेल वास्ते रेस अकैडमी ऑफिशियल उत्थे तुसीं पेड कोर्स की पूरी डिटेल लै सकते हो भी उहदे विच किन्ने दा कोर्स है, की होऊगा, किवें तुहानूं मटीरियल दिता जाऊगा, तो अपकमिंग कोर्स वगैरह उत्थे डिटेल दित्ती जाती है। सो थैंक यू वेरी मच, आपां होर नवीं वीडियो नाल मिलदे रहांगे। थैंक यू वेरी मच, बाबा मेहर करे।